ਜਿਹੜੇ ਫੀਚਰਾਂ ਦੀ ਲੋੜ ਸੀਗੀ ਜੀ ਉਹ ਸਾਰੇ ਇਹਦੇ 'ਚ ਹੈਗੇ ਆ ਜੋ ਪਬਲਿਕ ਦੀ ਡਿਮਾਂਡ ਸੀਗੀ। ਤੇ ਬਾਕੀ ਕੁਆਲਿਟੀ ਵਾਈਜ਼ ਵੀ ਜੀ ਟੋਯੋਟਾ ਦਾ ਕੋਈ ਮੁਕਾਬਲਾ ਨਹੀਂ ਤੇ ਅਸੀਂ ਉਮੀਦ ਕਰਦੇ ਹਾਂ ਕਿ ਪੂਰਾ ਹਿੱਟ ਹੋਊਗਾ ਜੀ। ਬੈਸਟ ਪ੍ਰੋਡਕਟ ਟੋਯੋਟਾ ਦਾ ਜਿਹੜਾ ਅਜੇ ਤੱਕ ਇੰਡੀਆ 'ਚ ਆਇਆ ਜੀ, ਮੈਨੂੰ ਉਹੀ ਲੱਗਦਾ ਜੀ। 9.5 ਸੈਕਿੰਡ 'ਚ ਇਹ ਗੱਡੀ 100 ਦੀ ਸਪੀਡ ਟੱਚ ਕਰ। ਇਟ ਇਜ਼ ਅ ਵੰਡਰਫੁਲ ਵਹੀਕਲ। ਜਿਹੜੀ ਇਹਨਾਂ ਨੇ ਇਨੋਵੇਸ਼ਨਸ ਰੱਖੀਆਂ ਨੇ ਬਹੁਤ ਸੋਹਣੀ ਹੈ, ਲੁੱਕਸ ਬੜੀ ਅੱਛੀਆਂ ਨੇ, ਸੇਫਟੀ ਫੀਚਰਸ ਬਹੁਤ ਅੱਛੇ ਐਡ ਕਰਤੇ ਐਂਡ ਹਾਈਬ੍ਰਿਡ ਟੈਕਨੋਲੋਜੀ। ਤਰ੍ਹਾਂ ਦੇ ਸੈਗਮੈਂਟ ਦੇ ਕੋਈ ਐਸੀ ਕਾਰ ਨਹੀਂ ਹੈ ਜਿਹਦੀ ਮਾਈਲੇਜ 12+ ਹੋਵੇ, ਲੇਕਿਨ ਇਹ ਇਕੱਲੀ ਕਾਰ ਹੈ ਜਿਹਦੀ ਐਵਰੇਜ ਜਿਹੜੀ ਹੈ 23.54 ਹੈ। ਸੋ ਟੋਟਾ ਬ੍ਰਾਂਡ ਹੀ ਇੰਨਾ ਵਧੀਆ, ਬਿਨਾਂ ਸੋਚੇ ਸਮਝੇ ਬੁਕਿੰਗ ਕਰਾਤੀ ਹੈ ਕਿਉਂਕਿ ਇਹਦੀ ਬੈਟਰੀ ਜਿਹੜੀ ਚਾਰਜ ਹੈ ਆਪਣੇ ਆਪ ਚਾਰਜ ਹੋਣੀ ਹੈ, ਕੋਈ ਕਰਾਉਣ ਦੀ ਲੋੜ ਨਹੀਂ ਹੈ। 23 ਦੀ ਐਵਰੇਜ ਹੈ, ਇਹਦੇ ਬਰਾਬਰ ਦੀ ਗੱਡੀ ਕੋਈ ਨਹੀਂ ਹੈ, ਨਾਲੇ ਕਾਸਟ ਵੀ ਘੱਟ ਹੈ। 22-23 ਲੱਖ ਦੀ ਗੱਡੀ ਹੈ, ਦੇ ਬੁੱਕ ਕਰਾਤੀ ਹੈ। ਸਰ ਸੇਫਟੀ ਵਾਈਜ਼ ਦੇਖੋਗੇ, ਸੇਫਟੀ ਵਾਈਜ਼ ਇਹਦੇ ਵਿੱਚ 6 에ਅਰ ਬੈਗਸ ਨੇ, ABS, EBD, ਬ੍ਰੇਕ ਅਸਿਸਟ, ਵਹੀਕਲ ਸਟੇਬਿਲਿਟੀ ਕੰਟਰੋਲ ਨੇ। ਬੜਾ ਐਕਸਾਈਟਿਡ ਸੀਗਾ, ਮੈਂ ਕਿਹਾ ਪਹਿਲੇ ਦਿਨ ਹੀ ਲਾਂਚ ਹੋ ਰਹੀ ਹੈ, ਅੱਜ ਮੈਂ ਦੇਖ ਆਵਾਂ ਜਾ ਕੇ। ਮੈਂ ਪਲਾਨ ਵੀ ਕਰ ਰਿਹਾ, ਗੱਡੀ ਤਾਂ ਬਹੁਤ ਸੋਹਣੀ ਹੈ। ਕਿਤੇ ਕਾਸਟ ਸੈਟਿੰਗ ਕੀਤੀ ਉਹ ਟੋਯੋਟਾ ਕਰਦਾ ਹੀ ਹੈ, ਥੋੜਾ ਬਹੁਤਾ ਕੰਪਰੋਮਾਈਜ਼ ਕਰਨਾ ਹੀ ਪੈਂਦਾ, ਬਟ ਗੱਡੀ ਬਹੁਤ ਵਧੀਆ ਹੈ, ਬਹੁਤ ਸੋਹਣੀ ਗੱਡੀ। ਮਾਈਲੇਜ ਵੀ ਪੂਰੀ ਮਿਲੇਗੀ, ਪਿਕਅਪ ਵੀ ਮਿਲੇਗੀ। ਦੈਟ ਇਜ਼ ਦ ਬੈਸਟ ਪਾਰਟ ਆਫ ਦਿਸ ਲੇਟੈਸਟ ਟੈਕਨੋਲੋਜੀ ਹਾਈਬ੍ਰਿਡ। ਮੈਸਿਵ ਸਨਰੂਫ ਹੈ, 1000 mm ਦੀ ਹੈ, 1 ਮੀਟਰ ਦੀ ਸਨਰੂਫ ਹੈ, ਪਲੱਸ 60% ਇਹਦੀ ਓਪਨਿੰਗ ਹੈਗੀ ਹੈ। ਸੋ ਹਰ ਅਲੱਗ-ਅਲੱਗ ਫੀਚਰ ਨੇ, ਕਿੰਨੀ ਤੁਸੀਂ ਓਪਨ ਕਰਨੀ ਹੈ, ਕਿੱਧਰੋਂ ਕਰਨੀ ਹੈ, ਉਹ ਸਾਰੇ ਅਲੱਗ-ਅਲੱਗ ਇਹਦੇ ਸਵਿਚਸ ਦਿੱਤੇ ਗਏ। ਤੇ ਲਾਈਵ ਭਾਰਤ ਦੇ ਰਫਤਾਰ ਪ੍ਰੋਗਰਾਮ 'ਚ ਅੱਜ ਇਹ ਪਹੁੰਚਿਆ ਅੰਮ੍ਰਿਤਸਰ ਕੈਸਲ ਟੋਯੋਟਾ, ਜਿੱਥੇ ਕਿ ਇਨੋਵਾ ਨਵੀਂ ਹਾਈਬ੍ਰਿਡ ਮਾਡਲ ਲਾਂਚ ਕਰ ਦਿੱਤੀ ਗਈ ਹੈ ਤੇ ਨਵੀਂ ਗੱਡੀ ਜਿਸ ਦੀ ਲੰਬੇ ਸਮੇਂ ਤੋਂ ਵੇਟਿੰਗ ਚੱਲ ਰਹੀ ਸੀ ਤੇ ਅੱਜ ਫਾਈਨਲੀ ਉਹ ਗੱਡੀ ਅੰਮ੍ਰਿਤਸਰ ਦੇ ਸ਼ੋਰੂਮ ਦੇ ਵਿੱਚ ਲੱਗ ਗਈ ਹੈ। ਲਾਈਵ ਐਕਸਪੀਰੀਅੰਸ ਕੀਤਾ ਜਾ ਰਿਹਾ ਹੈ ਕਸਟਮਰ ਵੱਲੋਂ ਤੇ ਕੰਪਨੀ ਦੇ ਪ੍ਰਮੋਟਰ ਵੀ ਇਸ ਵੇਲੇ ਸਾਡੇ ਨਾਲ ਮੌਜੂਦ ਹਨ। ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਤੇ ਮੇਹੁਲ ਜੀ, ਸਭ ਤੋਂ ਪਹਿਲਾਂ ਸਵਾਗਤ ਤੁਹਾਡਾ ਲਾਈਵ ਭਾਰਤ ਦੇ। ਥੈਂਕ ਯੂ ਜੀ, ਨਮਸਕਾਰ ਜੀ ਸਾਰੇ ਲਾਈਵ ਭਾਰਤ ਦਰਸ਼ਕਾਂ ਨੂੰ ਮੇਰੇ ਵੱਲੋਂ ਨਮਸਕਾਰ। ਮੈਂ ਮੇਹੁਲ ਲਿੰਗਰ ਰਿਪਰੈਜ਼ੈਂਟ ਕਰ ਰਿਹਾ ਕੈਸਲ ਟੋਯੋਟਾ ਨੂੰ ਤੇ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿ ਅੱਜ ਸਾਡੇ ਕੋਲ ਮੋਸਟ ਅਵੇਟਡ ਪ੍ਰੋਡਕਟ ਜਿਹੜਾ ਟੋਯੋਟਾ ਇਨੋਵਾ ਹਾਈ ਕ੍ਰੋਸ ਅਸੀਂ ਲਾਂਚ ਕਰ ਰਹੇ ਹਾਂ ਔਰ ਇੰਨਾ ਜ਼ਿਆਦਾ ਉਤਸ਼ਾਹ ਹੈ ਕਸਟਮਰਸ ਦੇ ਵਿੱਚ ਔਰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਸਾਨੂੰ। ਤੁਸੀਂ ਬਿਲੀਵ ਕਰੋਗੇ ਬਹੁਤ ਜ਼ਿਆਦਾ ਅੱਛੇ ਆਰਡਰਸ ਆ ਚੁੱਕੇ ਨੇ, ਮੋਰ ਦੈਨ 500+ ਇਸ ਗੱਡੀ ਦੇ ਆਲਰੇਡੀ ਆਰਡਰ ਨੇ ਐਂਡ ਪੀਪਲ ਆਰ ਸੋ ਸੈਟਿਸਫਾਈਡ ਕਿ ਇਹ ਗੱਡੀ ਦਾ ਡਿਜ਼ਾਈਨ ਲੁਕਸ ਦੇਖ ਕੇ ਬਹੁਤ ਖੁਸ਼ ਨੇ ਜੀ। ਇਨੋਵਾ ਆਲਰੇਡੀ ਤੁਹਾਡੀ ਹੌਟ ਸੈਲਿੰਗ ਪ੍ਰੋਡਕਟ ਸੀ, ਉਸ ਤੋਂ ਬਾਅਦ ਇਹਨੂੰ ਹਾਈਬ੍ਰਿਡ ਕਰ ਦਿੱਤਾ ਗਿਆ। ਹਾਈਬ੍ਰਿਡ ਤੋਂ ਬਾਅਦ ਇਹਦੀ ਡਿਮਾਂਡ ਹੋਰ ਜ਼ਿਆਦਾ ਵੱਧ ਗਈ ਹੈ ਤੇ ਡਿਮਾਂਡ ਵਧਣ ਦੇ ਨਾਲ ਜਿਹੜੀ ਹੈ ਆਪਣਾ ਵੇਟਿੰਗ ਟਾਈਮ ਜਿਹੜਾ ਕਸਟਮਰ ਨੂੰ ਸਭ ਤੋਂ ਜ਼ਿਆਦਾ, ਉਹ ਵੇਟਿੰਗ ਟਾਈਮ ਕਿੰਨਾ ਰੱਖਿਆ ਤੁਸੀਂ? ਸਰ ਦੋ ਚੀਜ਼ਾਂ ਨੇ। ਇਨੋਵਾ ਇੱਕ ਆਲਰੇਡੀ ਕਸਟਮਰਸ ਦਾ ਸਭ ਤੋਂ ਬਿਹਤਰੀਨ ਮਨਪਸੰਦ ਪ੍ਰੋਡਕਟ ਹੈਗਾ। 10 ਲੱਖ ਪਲੱਸ ਹੈਪੀ ਕਸਟਮਰ ਨੇ ਆਲਰੇਡੀ ਇਨੋਵਾ ਜੋ ਚਲਾ ਰੱਖੇ ਨੇ। ਹੁਣ ਅੱਜ ਦੀ ਫਿਊਚਰ ਜਨਰੇਸ਼ਨ ਨੂੰ ਦੇਖਦੇ ਹੋਏ, ਫਿਊਚਰ ਨੂੰ ਅਡਾਪਟ ਕਰਦੇ ਹੋਏ ਹਾਈਬ੍ਰਿਡ ਟੈਕਨੋਲੋਜੀ ਦੇ ਉੱਪਰ ਨਿਕਾਲੀ ਗਈ ਹੈ ਗੱਡੀ। ਸੋ ਇਹ ਫਿਊਚਰ ਆਫ ਆਟੋਮੋਬਾਈਲ ਹੈ। ਹਾਈਬ੍ਰਿਡ ਦਾ ਮਤਲਬ ਦ ਪਾਵਰ ਆਫ ਡਿਊਅਲ ਸੋਰਸ, ਪੈਟਰੋਲ ਇੰਜਨ ਦੇ ਨਾਲ ਵੱਡੀ HP ਬੈਟਰੀ, ਜਿਹਦੇ ਨਾਲ ਬੈਨੀਫਿਟ ਕੀ ਹੈਗਾ, ਡਿਊਅਲ ਪਾਵਰ ਸੋਰਸ ਦੇ ਨਾਲ ਪੂਰੀ ਤਰ੍ਹਾਂ ਪਰਫਾਰਮੈਂਸ। ਦੂਸਰਾ ਅੱਛੀ ਤੋਂ ਅੱਛੀ ਮਾਈਲੇਜ, 2000 cc 16 ਵਾਟ ਇੰਜਨ ਹੋਣ ਦੇ ਬਾਵਜੂਦ ਇਹ ਗੱਡੀ ਦੀ ਮਾਈਲੇਜ 23.54 ਹੈ ਹਾਈਬ੍ਰਿਡ। ਮਤਲਬ 23.54 ਜਿਹੜੀ ਹਾਈਬ੍ਰਿਡ ਤੇ ਆਪਣਾ ਮਾਈਲੇਜ ਦੇ ਰਹੀ ਹੈ ਤੇ ਇਸ ਤੋਂ ਪਹਿਲਾਂ ਮਾਈਲੇਜ ਮੇਰੇ ਹਿਸਾਬ ਨਾਲ ਇੰਨੀ ਕਿਸੇ ਗੱਡੀ ਦੀ ਨਹੀਂ ਹੋਏਗੀ ਇਨੋਵਾ ਦੀ। ਜੀ ਨਹੀਂ, ਇਸ ਸੈਗਮੈਂਟ ਦੇ ਵਿੱਚ, ਇਸ ਤਰ੍ਹਾਂ ਦੇ ਸੈਗਮੈਂਟ ਦੇ ਕੋਈ ਐਸੀ ਕਾਰ ਨਹੀਂ ਹੈ ਜਿਹਦੀ ਮਾਈਲੇਜ 12+ ਹੋਵੇ, ਲੇਕਿਨ ਇਹ ਇਕੱਲੀ ਕਾਰ ਹੈ ਜਿਹਦੀ ਐਵਰੇਜ ਜਿਹੜੀ ਹੈ 23.54 ਹੈ। ਤੇ ਹਾਈਬ੍ਰਿਡ ਹੋਣ ਦੇ ਨਾਲ ਇਹ ਹੋਰ ਵੀ ਸਮਾਰਟ ਹੋ ਗਏ, ਇਹ 'ਚ ਕੁਝ ਹੋਰ ਨਵੇਂ ਫੀਚਰ ਵੀ ਐਡ ਕੀਤੇ ਗਏ ਹਨ। ਜੀ ਹਾਂ ਸਰ, ਬਹੁਤ ਸਾਰੇ ਨਵੇਂ ਫੀਚਰਸ ਐਡ ਔਨ ਕੀਤੇ ਗਏ ਨੇ, ਬੜੇ ਜ਼ਿਆਦਾ ਯੂਨੀਕ ਫੀਚਰ ਨੇ। ਇਹ 'ਚ ਪੈਨਾਰੋਮਿਕ ਸਨਰੂਫ ਦੇ ਦਿੱਤਾ ਗਿਆ ਹੈ, ਪਲੱਸ 6 에ਅਰ ਬੈਗਸ ਨੇ, 9 JBL ਸਪੀਕਰ, 10 ਇੰਚ ਦੀ ਤੁਹਾਡੇ ਕੋਲ ਐਂਟਰਟੇਨਮੈਂਟ ਸਿਸਟਮ ਵਿਦ ਐਂਡਰੋਇਡ ਆਟੋ, ਐਪਲ ਕਾਰ ਪਲੇਅਰ। ਹੋਰ ਤੇ ਹੋਰ ਇਹਦੇ ਵਿੱਚ ਬੈਨੀਫਿਟ ਕੀ ਹੈਗਾ, ਜਿਹੜੀਆਂ ਫਰੰਟ ਡਰਾਈਵਰ ਸੀਟ ਮੋਟਰਾਈਜ਼ 8-ਵੇ ਪਾਵਰ ਐਡਜਸਟੇਬਲ ਨੇ ਵਿਦ ਮੈਮਰੀ ਸੈਟਅਪ। ਪਲੱਸ ਸਭ ਤੋਂ ਜ਼ਿਆਦਾ ਜਿਹੜਾ ਪਾਰਟ ਹੈ, ਜਿਹੜਾ ਸੈਕਿੰਡ ਰੋ ਲਗਜ਼ਰੀ ਹੈ, ਉਹਦੇ 'ਚ ਆਟੋਮਨ ਸੀਟਸ ਦਿੱਤੀਆਂ ਗਈਆਂ ਨੇ। ਸੋ ਦੈਟ ਪਰਸਨ ਗਿਵਸ ਯੂ ਕੰਪਲੀਟ ਐਗਜ਼ੈਕਟਿਵ ਕਲਾਸ। ਮਤਲਬ ਜੋ ਪਰਸਨ ਇੱਕ ਐਗਜ਼ੈਕਟਿਵ ਫਾਈਲਡ ਦਾ ਹੈਗਾ, ਉਹਨਾਂ ਨੂੰ ਜੋ ਫੀਲ, ਜੋ ਲਗਜ਼ਰੀ ਚਾਹੀਦੀ, ਉਹ ਸਾਰੀ ਚੀਜ਼ਾਂ ਇਸ ਪ੍ਰੋਡਕਟ ਦੇ ਵਿੱਚ ਮਿਲਣਗੀਆਂ ਉਹਨਾਂ ਨੂੰ। ਲਗਜ਼ਰੀ ਦੇ ਨਾਲ ਡਿਜ਼ਾਈਨ ਦੇ ਉੱਤੇ ਵੀ ਕੰਮ ਕੀਤਾ ਗਿਆ ਇਸ ਦੇ। ਯੈਸ ਸਰ, ਪਹਿਲੇ ਕ੍ਰਿਸਟਾ ਤੁਸੀਂ ਦੇਖੋਗੇ ਇਟਸ ਮੋਸਟ ਫੇਵਰੇਟ ਡਿਜ਼ਾਈਨ, ਬਟ ਨਾਓ ਐਡ ਔਨ ਟੂ ਦੈਟ ਤੁਸੀਂ ਇਹਦਾ ਗੌਰ ਨਾਲ ਡਿਜ਼ਾਈਨ ਦੇਖੋਗੇ, ਇਟਸ ਬੋਲਡ ਐਂਡ ਫਲਰਿਸ਼ ਲੁੱਕ। ਪਹਿਲੇ ਨਾਲੋਂ ਵੀ ਜ਼ਿਆਦਾ ਬੋਲਡ ਲੁੱਕ 'ਚ ਆਈ ਹੈ। ਲੁੱਕ ਐਟ ਦ ਗ੍ਰਿਲ, ਨਈ ਗ੍ਰਿਲ ਆਈ ਹੈ, ਬੜੀ ਅੱਛੀ ਬੋਲਡ ਪ੍ਰੈਜ਼ੈਂਸ ਹੈ ਵਿਦ ਟਰਾਈ ਆਈ LED ਹੈ। ਸੋ ਬਹੁਤ ਅੱਛੀ ਫਰੰਟ ਲੁੱਕ ਪ੍ਰੈਜ਼ੈਂਸ ਹੈ। ਨਾਲ ਦੇ ਨਾਲ ਅਗਰ ਤੁਸੀਂ ਰੇਅਰ ਵੀ ਚੈੱਕ ਕਰੋਗੇ, ਗਿਵਸ ਯੂ ਕੰਪਲੀਟ ਮੈਸਿਵ ਲੁੱਕ। ਸੋ ਗੌਰ ਨਾਲ ਤੁਸੀਂ ਅਗਰ ਫਰੰਟ ਦੇਖੋਗੇ ਤਾਂ ਤੁਹਾਡੇ ਸਾਹਮਣੇ ਜਿਹੜੀ ਹੈਡਲੈਂਪਸ ਨੇ, ਦੀਜ਼ ਆਰ ਟਰਾਈ ਆਈ LED ਹੈਡਲੈਂਪਸ ਅਲੋਂਗ ਵਿਦ ਗਨ ਮੈਟਲ क्रोम हैगी ताड़ी ग्रिल विद क्रोम फिनिश इंसर्ट्स, प्रॉपर क्रोम पैकेजिंग दी गई है। अगर डाउन देखोगे दीज आर द DRLs, ठीक है जी, प्लस LED फॉग लैंप्स है ना।
ਸੋ ਕੰਪਲੀਟ ਲੇਟੈਸਟ ਫੀਚਰਸ ਹਾਈ ਔਨ ਕਾਰ ਹੈਗੀ ਆ ਔਰ ਫਰੰਟ ਲੁੱਕਸ ਇਜ਼ ਮਚ ਮੋਰ ਇੰਪ੍ਰੈਸਿਵ। ਸੋ ਅੱਜ ਦੀ ਜਨਰੇਸ਼ਨ ਜੋ ਫੀਚਰ ਮੰਗਦੀ ਹੈ ਉਹ ਸਾਰੀ ਚੀਜ਼ਾਂ ਇਹਦੇ ਵਿੱਚ ਨੇ। ਇਹ ਗੱਡੀ ਦਾ ਇੰਟੀਰੀਅਰ ਆਪਾਂ ਦਿਖਾਵਾਂਗੇ ਤੇ ਗੱਡੀ ਦੇ ਅੰਦਰ ਕਾਫੀ ਸਪੇਸੀਅਸ ਗੱਡੀ ਹੈ ਤੇ ਦੂਸਰਾ ਇੰਟੀਰੀਅਰ ਤੁਸੀਂ ਦੇਖੋਗੇ ਨਾ ਇੱਕ ਅਲੱਗ ਹੀ ਲਗਜ਼ਰੀ ਤੁਹਾਨੂੰ ਫੀਲ ਆਏਗਾ ਗੱਡੀ ਦਾ। ਸਿਰਫ ਲੁੱਕ ਦੇਖ ਕੇ ਹੀ ਤੁਹਾਨੂੰ ਅਲੱਗ ਹੀ ਐਕਸਪੀਰੀਅੰਸ ਤੁਹਾਨੂੰ ਇਹਦੇ 'ਚ ਮਿਲੇਗਾ। ਤੇ ਆਪਾਂ ਹੋਰ ਵੀ ਗੱਲਬਾਤ ਕਰਦੇ ਤੇ ਮਹਿੂਲ ਜੀ ਇੰਟੀਰੀਅਰ ਦੇ ਨਾਲ ਨਾਲ ਇਹਦੇ 'ਚ ਹੋਰ ਕਿਹੜੇ ਫੀਚਰ ਆਪਾਂ ਐਡ ਆਨ ਕੀਤੇ ਜੇ? ਸਰ ਅਗਰ ਤੁਸੀਂ ਇੰਟੀਰੀਅਰਸ ਦੀ ਗੱਲ ਕਰੋਗੇ, ਤੁਸੀਂ ਇਹਦਾ ਇੰਟੀਰੀਅਰ ਦੇਖੋ, ਇਟਸ ਪਲਸ਼ ਔਨ ਲਗਜ਼ਰੀ, ਕੰਪਲੀਟ ਕਾਕਪਿਟ ਸਟਾਈਲ ਇੰਟੀਰੀਅਰ ਹੈ, ਸੌਫਟ ਟੱਚ ਪੈਨਲ ਦਿੱਤੇ ਗਏ ਦੇ ਨਾਲ ਪਲੱਸ ਇਹਦੇ ਇੰਟੀਰੀਅਰ ਡਿਜ਼ਾਈਨ ਹੈ ਡਿਊਅਲ ਟੋਨ ਚੈਸਟਨਟ ਵਿਦ ਬਲੈਕ ਇੰਟੀਰੀਅਰਸ। ਡਿਊਅਲ ਟੋਨ ਹੈ ਚੈਸਟਨਟ, ਆਪਣਾ 'ਚ ਬਹੁਤ ਲਗਜ਼ਰੀ ਫੀਲ ਦਿੰਦਾ ਹੈ ਕਲਰ, ਹਾਈ ਐਂਡ ਲਗਜ਼ਰੀ ਕਾਰਾਂ 'ਚ ਆਉਂਦਾ ਹੈ। ਦੂਸਰਾ ਅਗਰ ਤੁਸੀਂ ਦੇਖੋਗੇ ਇੰਸਟਰੂਮੈਂਟ ਪੈਨਲ, ਜਸਟ ਲੁੱਕ ਐਟ ਦਿਸ ਕਲਸਟਰ, ਇਹਦੇ ਵਿੱਚ 10.1 ਇੰਚ ਦੀ ਟੱਚ ਸਕਰੀਨ ਐਂਟਰਟੇਨਮੈਂਟ ਸਿਸਟਮ ਦਿੱਤਾ ਗਿਆ, ਇਨਫੋਟੇਨਮੈਂਟ ਵਿਦ ਐਂਡਰੋਇਡ ਆਟੋ ਐਂਡ ਐਪਲ ਕਾਰਪਲੇ along with the dual zone air conditioning system plus look at the panel, this is the gearbox और ਇਹਦੇ ਵਿੱਚ ਫਸਟ ਟਾਈਮ ਦਿੱਤੀ ਗਈ ਹੈ e-drive 6 speed sequential shift। so one of the best part ਹੈਗਾ ਹੈ complete instant torque ਹੈ। even ਤੁਸੀਂ ਇਮੇਜਿਨ ਕਰੋ ਕਿ this vehicle goes up to 0 to 100 just in 9.5 seconds। 0 to 100 9.5 seconds, 9.5 ਸੈਕਿੰਡ 'ਚ ਇਹ ਗੱਡੀ 100 ਦੀ ਸਪੀਡ ਟੱਚ ਕਰ without compromising the mileage, high end on performance। so all the date ਜੇ ਸਾਰੇ ਲਗਜ਼ਰੀ ਫੀਚਰ ਇਸ ਵਹੀਕਲ 'ਚ ਨੇ ਜੀ। ਯਾਨੀ ਕਿ ਪਿਕਅਪ ਤਾਂ ਮਿਲੇਗੀ ਪਰ ਮਾਈਲੇਜ ਉੱਤੇ ਕੋਈ ਅਸਰ ਨਹੀਂ ਪਏਗਾ। yes, ਮਾਈਲੇਜ ਵੀ ਪੂਰੀ ਮਿਲੇਗੀ, ਪਿਕਅਪ ਵੀ ਮਿਲੇਗੀ। that is the best part of this latest technology hybriding। ਦੂਸਰਾ ਸਨਰੂਫ ਦੀ ਗੱਲ ਕਰੀਏ ਤੇ ਸਨਰੂਫ ਕਿੰਨੇ % ਇਹਦੀ ਓਪਨ ਹੁੰਦਾ ਹੈ? ਸਰ ਸਨਰੂਫ ਅਗਰ ਦੇਖੋਗੇ that is the panoramic sunroof, the huge massive sunroof ਹੈ, 1000 mm ਦੀ ਹੈ, 1 ਮੀਟਰ ਦੀ sunroof ਹੈ, ਪਲੱਸ 60% ਇਹਦੀ ਓਪਨਿੰਗ ਹੈਗੀ ਹੈ। ਸੋ ਹਰ ਅਲੱਗ-ਅਲੱਗ ਫੀਚਰ ਨੇ, ਕਿੰਨੀ ਤੁਸੀਂ ਓਪਨ ਕਰਨੀ ਹੈ, ਕਿੱਧਰੋਂ ਕਰਨੀ ਹੈ, ਉਹ ਸਾਰੇ ਅਲੱਗ-ਅਲੱਗ ਇਹਦੇ ਸਵਿਚਸ ਦਿੱਤੇ ਗਏ ਨੇ। ਯਾਨੀ ਕਿ ਸਨਰੂਫ ਦੇ ਵਿੱਚ ਵੀ ਇਹਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੈਗਾ, ਤੁਸੀਂ ਪੂਰਾ ਫੁੱਲ ਇੰਜੋਏ ਕਰ ਸਕਦੇ ਹੋ ਆਪਣਾ ਸਨਰੂਫ ਦੇ ਨਾਲ ਡਰਾਈਵ। ਬਿਲਕੁਲ ਸਹੀ ਸਰ, ਐਗਰੀ ਔਨ ਦੈਟ। ਅੱਜ ਦੀ ਜਨਰੇਸ਼ਨ, ਅੱਜ ਦੇ ਬੱਚੇ, ਅੱਜ ਦੀ ਯੂਥ ਜੋ ਪ੍ਰੈਫਰ ਕਰਦਾ ਹੈ, ਉਹ ਸਾਰੇ ਮੈਗਾ ਫੀਚਰਸ ਇਸ ਦੇ ਵਿੱਚ ਇਕਵਿਪਡ ਨੇ ਸਰ ਜੀ। ਤੇ ਮੈਗਾ ਫੀਚਰ ਦੇ ਨਾਲ ਨਾਲ ਕੰਫਰਟ ਤੇ ਸਿਕਿਉਰਿਟੀ ਦੇ ਵਿੱਚ ਹੋਰ ਕੀ ਐਡ ਆਨ ਕੀਤਾ ਗਿਆ? ਸਰ ਸੇਫਟੀ ਵਾਈਜ਼ ਦੇਖੋਗੇ, ਸੇਫਟੀ ਵਾਈਜ਼ ਇਹਦੇ ਵਿੱਚ 6 에ਅਰ ਬੈਗਸ ਨੇ, ABS, EBD, ਬ੍ਰੇਕ ਅਸਿਸਟ, ਵਹੀਕਲ ਸਟੇਬਿਲਿਟੀ ਕੰਟਰੋਲ ਨੇ, ਪਲੱਸ ਇਹਦੇ 'ਚ ਆਟੋ ਹੋਲਡ ਫੰਕਸ਼ਨ ਹੈਗਾ ਹੈ। ਮਤਲਬ ਡਰਾਈਵ ਕਰਦੇ ਹੋਏ ਗੱਡੀ ਅਗਰ ਕਿਤੇ ਖੜੀ ਹੈ, ਤੁਸੀਂ ਇਹਨੂੰ ਆਟੋ ਹੋਲਡ ਕਰੋਗੇ, ਵਹੀਕਲ ਉੱਥੇ ਰੁਕ ਜਾਏਗਾ, ਤੁਹਾਨੂੰ ਬ੍ਰੇਕ ਤੇ ਪੈਰ ਰੱਖਣ ਦੀ ਜ਼ਰੂਰਤ ਨਹੀਂ ਹੈ। ਸੋ ਜਿਸ ਤਰ੍ਹਾਂ ਪਲੱਸ ਇਲੈਕਟ੍ਰੋਨਿਕ ਪਾਰਕਿੰਗ ਬ੍ਰੇਕਿੰਗ ਹੈ। ਸੋ ਅਗਰ ਗੱਡੀ ਡਰਾਈਵ ਕਰੇ, ਤੁਸੀਂ ਜਸਟ ਪ੍ਰੈਸ ਦ P ਬਟਨ, ਦਿਸ ਇਜ਼ ਦ ਇਲੈਕਟ੍ਰੋਨਿਕ ਪਾਰਕਿੰਗ। ਜਦੋਂ ਤੁਸੀਂ ਇਹਨੂੰ ਪ੍ਰੈਸ ਕਰੋਗੇ, ਗੱਡੀ ਆਟੋਮੈਟਿਕ ਪਾਰਕਿੰਗ ਮੋਡ 'ਚ ਚਲੀ ਜਾਏ। ਪਲੱਸ ਇਹ 'ਚ ਇੱਕ ਹੋਰ ਬੜਾ ਅੱਛਾ ਫੀਚਰ ਹੈ ਸਰ, ਕਈ ਹਿਲ ਸਟਾਰਟ ਅਸਿਸਟ ਫੀਚਰ ਹੈਗਾ। ਬਾਈ ਫੋਰ ਐਗਜ਼ਾਮਪਲ ਡਰਾਈਵਿੰਗ ਔਨ ਹਿਲੀ ਏਰੀਆ, ਕਈ ਵਾਰੀ ਕੀ ਹੁੰਦਾ ਕਿ ਸਲੋਪ ਦੇ ਉੱਪਰ ਅਗਰ ਟ੍ਰੈਫਿਕ ਮਿਲ ਜਾਂਦਾ, ਵੀ ਅਪਲਾਈ ਦਾ ਬ੍ਰੇਕ, ਅਸੀਂ ਬ੍ਰੇਕ ਅਪਲਾਈ ਕਰਦੇ ਹਾਂ ਔਰ ਗੱਡੀ ਰੁਕ ਜਾਂਦੀ ਹੈ। ਜਦੋਂ ਟ੍ਰੈਫਿਕ ਕਲੀਅਰ ਹੁੰਦਾ, ਜਦੋਂ ਅਸੀਂ ਬ੍ਰੇਕ ਤੋਂ ਪੈਰ ਹਟਾਉਂਦੇ ਹਾਂ, ਤੇ ਜਿਸ ਕਈ ਵਾਰੀ ਕਾਰ ਪਿੱਛੇ ਨੂੰ ਆ ਜਾਂਦੀ ਹੈ। ਸੋ ਇਹ ਫੀਚਰ ਐਡਵਾਂਟੇਜ ਹੈ ਕਿ ਹਿਲ ਸਟਾਰਟ ਇਹ ਗੱਡੀ ਨੂੰ ਪਿੱਛੇ ਨਹੀਂ ਆਉਣ ਦਿੰਦਾ, 30 ਸੈਕਿੰਡਸ ਨੂੰ ਗੱਡੀ ਨੂੰ ਆਪਣੀ ਸਿਚੁਏਸ਼ਨ ਹੋਲਡ ਕਰਦਾ ਹੈ, ਸੋ ਦੈਟ ਜਦੋਂ ਅਸੀਂ ਬ੍ਰੇਕ ਤੋਂ ਪੈਰ ਉਠਾ ਕੇ ਐਕਸਲਰੇਸ਼ਨ ਦਬਾਉਂਦੇ ਹਾਂ, ਉਸ ਮੂਵਮੈਂਟ ਤੇ ਰੋਲ ਬੈਕ ਨਹੀਂ ਹੁੰਦੀ ਔਰ ਗੱਡੀ ਵਾਪਸ ਆਪਣੇ ਮੋਮੈਂਟੋ ਤੇ ਚਲੀ ਜਾਂਦੀ ਹੈ। 30 ਸੈਕਿੰਡ ਬਹੁਤ ਵੱਡਾ ਟਾਈਮ ਹੈ ਆਪਣੇ ਆਪ ਹੁੰਦਾ ਸਰ, ਆਪਣੇ ਆਪ 'ਚ ਬਹੁਤ ਵੱਡਾ ਟਾਈਮ ਹੁੰਦਾ। ਸੋ ਦੈਟ ਇਜ਼ ਅ ਕੰਪਲੀਟ ਸੇਫਟੀ ਪਲੱਸ ਸਿਕਿਉਰਿਟੀ ਆਫ ਦ ਵੀਕ। ਮੇਜਰ ਐਕਸੀਡੈਂਟ ਹਿਲੀ ਏਰੀਆ ਦੇ ਵਿੱਚ ਡਿਊਰਿੰਗ ਟ੍ਰੈਫਿਕ ਇਸੇ ਕਰਕੇ ਹੁੰਦੇ ਸੀ, ਗੱਡੀ ਅੱਗੇ ਦੀ ਜਗ੍ਹਾ ਪਿੱਛੇ ਆ ਜਾਂਦੀ ਸੀ ਜਦੋਂ ਅਸੀਂ ਬ੍ਰੇਕ ਲਗਾਉਂਦੇ ਸੀ। ਬਿਲਕੁਲ ਸਰ, ਬਿਲਕੁਲ ਇਹ ਚੀਜ਼ ਇਹਦੇ ਵਿੱਚ ਤੁਹਾਨੂੰ ਅਲੱਗ ਹੀ ਹੈ, ਕਿਉਂਕਿ ਇਹ ਸਾਰੀ ਚੀਜ਼ਾਂ ਦਾ ਖਿਆਲ ਰੱਖਦੇ ਹੋਏ ਆਪਾਂ ਇਹ ਚੀਜ਼ ਦੇ ਰਹੇ ਹਾਂ ਜੀ। ਗੱਡੀ ਹਾਈਬ੍ਰਿਡ ਹੋਣ ਦੇ ਨਾਲ ਨਾਲ ਬੈਟਰੀ ਦੀ ਵੀ ਸਪੇਸ ਗੱਡੀ ਦੇ ਵਿੱਚ ਚਾਹੀਦੀ ਹੁੰਦੀ ਹੈ, ਤੇ ਉਹਦੇ ਨਾਲ ਕੋਈ ਬੂਟ ਸਪੇਸ ਜਾਂ ਕਿਤੇ ਹੋਰ ਕੰਪਰੋਮਾਈਜ਼ ਕਰਨਾ ਪੈਂਦਾ ਹੈ ਇਹਦੇ ਲਈ? ਬੜਾ ਸਹੀ ਤੁਸੀਂ ਕੁਐਸਚਨ ਪੁੱਛਿਆ ਸਰ। ਹਾਈਬ੍ਰਿਡ ਟੈਕਨੋਲੋਜੀ ਦੇ ਨਾਲ ਬੈਟਰੀ ਜ਼ਰੂਰ ਆਏਗੀ ਔਰ ਬਹੁਤ ਸਾਰਾ ਕਸਟਮਰ ਇਹ ਸੋਚਦੇ ਨੇ ਕਿ ਜੇ ਬੈਟਰੀ ਆਏਗੀ ਤੇ ਬੂਟ ਸਪੇਸ ਨਾਲ ਕੰਪਰੋਮਾਈਜ਼ ਕਰਨਾ ਪਏਗਾ। ਤੁਹਾਨੂੰ ਦੱਸਦਾ ਇਸ ਗੱਡੀ 'ਚ ਇਹ ਚੀਜ਼ ਬਿਲਕੁਲ ਨਹੀਂ ਹੋਏਗੀ। ਇਹਦੀ ਬੂਟ ਸਪੇਸ ਨਾਲ ਕੋਈ ਕੰਪਰੋਮਾਈਜ਼ ਨਹੀਂ ਹੋਏਗਾ, ਬਲਕਿ ਇਹਦੀ ਜਿਹੜੀ ਬੈਟਰੀ ਹੈ ਉਹ ਅੱਗੇ ਅਲੱਗ ਜਗ੍ਹਾ ਇੰਸਟਾਲ ਹੈ, ਕੋ ਡਰਾਈਵਰ ਸੀਟ ਦੇ ਨੀਚੇ। ਉਹਦਾ ਬੈਸਟ ਪਾਰਟ ਕੀ ਹੈ, ਜਿਹੜੀ ਰੈਗੂਲਰ ਬੂਟ ਸਪੇਸ ਹੈ ਦੈਟ ਇਜ਼ 318 ਲੀਟਰਸ। ਸੋ 318 ਲੀਟਰ ਦੀ ਬੂਟ ਸਪੇਸ ਮਿਲ ਰਹੀ ਹੈ। ਪਲੱਸ ਇਹ 'ਚ ਇੱਕ ਹੋਰ ਬੈਨੀਫਿਟ ਹੈ, ਅਗਰ ਤੁਸੀਂ ਇਹਦੀ ਥਰਡ ਰੋ ਨੂੰ ਫੋਲਡ ਕਰ ਦਿੰਦੇ ਹੋ ਤਾਂ ਬੂਟ ਸਪੇਸ 318 ਲੀਟਰ ਤੋਂ 991 ਲੀਟਰ ਬਣ ਜਾਏ। ਸੋ ਕੋਈ ਕਿਸੇ ਤਰ੍ਹਾਂ ਸਪੇਸ ਨਾਲ ਕੋਈ ਕੰਪਰੋਮਾਈਜ਼ ਨਹੀਂ ਹੈ। ਅਮੇਜ਼ਿੰਗ ਸਪੇਸ, ਸਿਟਿੰਗ ਕੈਪੈਸਿਟੀ ਪੂਰੀ ਔਰ ਨਾਲ ਦੇ ਨਾਲ ਬੂਟ ਸਪੇਸ ਵੀ ਪੂਰੀ ਹੈ। ਸੋ ਅਗਰ ਰੇਅਰ ਦੀ ਗੱਲ ਕਰੀਏ, ਜਿੰਨਾ ਪਿਆਰਾ ਫਰੰਟ ਹੈ ਓਨਾ ਹੀ ਪਿਆਰਾ ਰੇਅਰ ਹੈ। ਜਿਸ ਤਰ੍ਹਾਂ ਤੁਸੀਂ ਦੇਖੋਗੇ ਤਾਂ ਰੇਅਰ ਇੰਨਾ ਮਸਕੂਲਰ ਹੈ, ਮਸਕੂਲਰ ਸਟਾਂਸ ਦੂਰੋਂ ਪਤਾ ਲੱਗੇਗਾ ਕਿ ਇਟਸ ਅ ਬਿਗ ਕਾਰ ਡਰਿਵਨ ਬਾਈ ਅ ਬਿਗ ਪਰਸਨ। ਪਲੱਸ ਐਲੀਗੈਂਸ ਨੂੰ ਦੇਖਦੇ ਹੋਏ ਇਨਬਿਲਟ ਸਪੋਇਲਰ ਹੈਗਾ ਵਿਦ ਸ਼ਾਰਕ ਫਿਨ ਐਂਟੀਨਾ। ਸਪੋਇਲਰ ਦੇ ਵਿੱਚ ਹੀ HMSL ਇਨਬਿਲਟਸ ਨੇ, ਪਲੱਸ
ਸਰਫੇਸ ਇਮਿਟਡ ਟੇਲ ਲੈਂਪਸ ਨੇ ਵਿਦ ਕੰਬੀਨੇਸ਼ਨ ਲੈਂਪਸ ਆਲਸੋ ਵਿਦ ਦ ਕ੍ਰੋਮ ਗਾਰਨਿਸ਼ ਔਰ ਕ੍ਰੋਮ ਦੇ ਪ੍ਰੋਪਰ ਇਨਸਰਟਸ ਨੇ ਗਿਵਸ ਅ ਵੈਰੀ ਮੈਸਿਵ ਐਂਡ ਮਾਚੋ ਲੁੱਕ ਐਟ ਦ ਰੀਅਰ ਟੂ। ਇਸ ਵੇਲੇ ਕੈਸਲ ਟੋਇਟਾ ਅੰਮ੍ਰਿਤਸਰ ਦੇ VP ਸੇਲਸ ਇੰਦਰਪਾਲ ਜੀ ਸਾਡੇ ਨਾਲ ਮੌਜੂਦ ਹਨ। ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਤਾਂ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕ, ਨਵੀਂ ਗੱਡੀ ਜਿਹਦੀ ਅਵੇਟਿੰਗ ਬਹੁਤ ਜ਼ਿਆਦਾ ਲੋਕ ਇੰਤਜ਼ਾਰ ਕਰ ਰਹੇ ਸੀ, ਅੱਜ ਤੁਹਾਡੇ ਸ਼ੋਰੂਮ 'ਚ ਆ ਗਈ ਹੈ। ਥੈਂਕ ਯੂ ਵੈਰੀ ਮਚ ਜੀ। ਮੈਨੂੰ ਅੱਜ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਆਪਾਂ ਮੱਚ ਅਵੇਟਡ ਕਾਰ ਟੋਇਟਾ ਹਾਈ ਕ੍ਰੋਸ ਅੱਜ ਸ਼ੋਰੂਮ ਦੇ ਵਿੱਚ ਡਿਸਪਲੇ ਤੇ ਕੀਤੀ ਹੈ, ਜਿਹਦਾ ਸਾਨੂੰ ਲਾਂਚਿੰਗ ਤੋਂ ਪਹਿਲਾਂ ਹੀ ਸਾਡੇ ਕੋਲ ਬਹੁਤ ਜ਼ਿਆਦਾ ਅੱਛਾ ਰਿਸਪੌਂਸ ਆ ਰਿਹਾ ਹੈ। ਇਸ ਕਾਰ ਦੀ ਆਲਰੇਡੀ ਵੇਟਿੰਗ ਜਿਹੜੀ ਹੈ 8 to 10 ਮੰਥ ਦੀ ਹੋ ਚੁੱਕੀ ਹੈ ਐਂਡ ਇਹ ਕਾਰ ਪੈਟਰੋਲ ਐਂਡ ਹਾਈਬ੍ਰਿਡ ਦੋਨਾਂ 'ਚ ਅਵੇਲੇਬਲ ਹੈ। ਹਾਈਬ੍ਰਿਡ ਦੀ ਗੱਲ ਕਰੀਏ ਤੇ ਹਾਈਬ੍ਰਿਡ ਕਾਰ ਜਿਹੜੀ ਹੈ ਇੱਕ ਇਲੈਕਟ੍ਰਿਕ ਕਾਰ ਹੈ, ਦੋਨਾਂ 'ਚ ਡਿਫਰੈਂਸ ਕੀ ਹੁੰਦਾ ਜੀ? ਹਾਈਬ੍ਰਿਡ ਇੱਕ ਸੈਮੀ ਇਲੈਕਟ੍ਰੀਕਲ ਕਾਰ ਹੈ। ਇਹਨੂੰ ਇਲੈਕਟ੍ਰੀਕਲ ਕਾਰ ਦੀ ਤਰ੍ਹਾਂ ਇਹਨੂੰ ਚਾਰਜ ਕਰਨ ਦੀ ਲੋੜ ਨਹੀਂ ਪੈਂਦੀ। ਇਹ ਸੈਲਫ ਚਾਰਜ ਕਾਰ ਹੈ। ਅਸੀਂ ਇਹਨੂੰ ਜਦੋਂ ਡਰਾਈਵ ਤੇ ਜਾਂਦੇ ਆ, ਕਾਰ ਚਲਾਉਂਦੇ ਆ, ਇਹ ਜਦੋਂ ਆਪਾਂ ਬ੍ਰੇਕਿੰਗ ਕਰਦੇ ਆ, ਇਹ ਆਪਣੇ ਆਪ ਹੀ ਸੈਲਫ ਚਾਰਜ ਹੁੰਦੀ ਹੈ। ਸੋ ਸਾਨੂੰ ਕਿਸੇ ਵੀ ਤਰ੍ਹਾਂ ਦੀ ਐਕਸਟਰਨਲ ਚਾਰਜਿੰਗ ਦੀ ਲੋੜ ਨਹੀਂ ਹੈ। ਇਨ ਲੇਮੈਨ ਲੈਂਗੁਏਜ 'ਚ ਤੁਸੀਂ ਕਾਰ 'ਚ ਪੈਟਰੋਲ ਫਿਲ ਕਰਵਾਓ ਔਰ ਤੁਸੀਂ 2000 ਕਿਲੋਮੀਟਰ 3000 ਕਿਲੋਮੀਟਰ ਜਿੰਨਾ ਵੀ ਚਲਾਉਣਾ, ਤੁਹਾਨੂੰ ਕਿਸੇ ਚੀਜ਼ ਦੀ ਵਰੀ ਨਹੀਂ ਕਿ ਇਹਨੂੰ ਚਾਰਜ ਕਰਨਾ ਪਏਗਾ। ਕਾਰ ਨੇ ਆਟੋਮੈਟਿਕਲੀ ਚਾਰਜ ਕਰੀ ਜਾਣਾ, ਜਿਸ ਕਰਕੇ ਤੁਹਾਨੂੰ ਇਹਦੀ ਪੈਟਰੋਲ ਦੀ ਜਿਹੜੀ ਐਵਰੇਜ ਹੈ 23 ਕਿਲੋਮੀਟਰ ਦੀ ਆਏਗੀ। ਤੇ ਦੂਸਰੀ, ਜੇ ਆਟੋਮੈਟਿਕ ਚਾਰਜ ਹੁੰਦਾ ਤੇ ਬੈਟਰੀ ਲਾਈਫ ਕਿੰਨਾ ਕਿ ਆਪਣਾ ਚੱਲਦਾ ਇਹਦਾ? ਜਿਹੜੀ ਇਹਦੀ ਬੈਟਰੀ ਲਾਈਫ ਦੀ ਗੱਲ ਕਰੀਏ ਤੇ ਕੰਪਨੀ ਇਸ ਬੈਟਰੀ ਦੀ ਵਾਰੰਟੀ ਦੇ ਰਹੀ ਆ 8 ਸਾਲ ਦੀ, ਜਿਹੜੀ ਕਿ ਲਾਈਫ ਲੌਂਗ ਹੀ ਹੋ ਗਈ ਇੱਕ ਤਰੀਕੇ ਦੇ ਨਾਲ। ਸੋ ਇਹਦਾ ਕੋਈ ਖਰਚਾ ਨਹੀਂ ਹੈ, ਕੋਈ ਇਹਨੂੰ ਚਾਰਜ ਕਰਨ ਦੀ ਲੋੜ ਨਹੀਂ ਹੈ। ਕੋਈ ਵੀ ਨਾਰਮਲ ਜਿਸ ਤਰ੍ਹਾਂ ਤੁਸੀਂ ਦੂਸਰੀ ਕਾਰ ਚਲਾਉਂਦੇ ਉੱਦਾਂ ਹੀ ਤੁਸੀਂ ਇਹਨੂੰ ਡਰਾਈਵ ਕਰਨਾ ਹੈ ਔਰ ਬਹੁਤ ਜ਼ਿਆਦਾ ਅੱਛੀ ਡਰਾਈਵ ਹੈ ਇਹਦੀ। ਬਹੁਤ ਸਾਇਲੈਂਟ ਕਾਰ ਹੈ ਔਰ ਬਹੁਤ ਜ਼ਿਆਦਾ ਅੱਛੇ ਫੀਚਰ ਨੇ ਇਹਦੇ ਵਿੱਚ ਐਂਡ ਟਿਲ ਨਾਓ ਸਾਡੇ ਕੋਲ 500 ਪਲੱਸ ਬੁਕਿੰਗ ਆ ਚੁੱਕੀਆਂ ਨੇ। ਦੂਸਰੀ, ਅੱਜ ਦੇ ਸਮੇਂ ਤੇ ਇੱਕ ਇਲੈਕਟ੍ਰਿਕ ਦਾ ਬੜਾ ਚੱਲਦਾ ਪਿਆ ਰੁਝਾਨ, ਤੇ ਇਲੈਕਟ੍ਰਿਕ ਤੇ ਹਾਈਬ੍ਰਿਡ ਦੇ ਵਿੱਚ ਬੈਸਟ ਕਿਹੜੀ ਕਾਰ ਤੁਸੀਂ ਮੰਨਦੇ ਹੋ ਜੀ? ਦੇਖੋ ਸਰ, ਹਾਈਬ੍ਰਿਡ ਐਂਡ ਇਲੈਕਟ੍ਰੀਕਲ ਦੋਨੋਂ ਹੀ ਕਾਰਾਂ ਦੇ ਫਿਊਚਰ ਟੈਕਨੋਲੋਜੀ ਨੇ ਬੇਸਿਕਲੀ। ਇਲੈਕਟ੍ਰੀਕਲ ਕਾਰ ਅੱਜ ਦੀ ਡੇਟ ਦੇ ਵਿੱਚ ਇਸ ਲਈ ਨਹੀਂ ਜ਼ਿਆਦਾ ਪ੍ਰੈਫਰ ਕੀਤੀ ਜਾ ਰਹੀ ਬਿਕੋਜ਼ ਕਿ ਤੁਹਾਨੂੰ ਉਹਦੇ ਚਾਰਜਿੰਗ ਸਟੇਸ਼ਨ ਨਹੀਂ ਮਿਲਣਗੇ। ਫਾਰ ਐਗਜ਼ਾਮਪਲ, ਮੈਂ ਇੱਕ ਕਾਰ ਹੀ ਅਫੋਰਡ ਕਰ ਸਕਦਾ। ਮੰਨ ਲਓ ਮੇਰਾ ਬਜਟ ਹੈ 20 ਲੱਖ ਰੁਪਏ ਦਾ, ਮੈਂ ਕੋਈ ਇੱਕ ਇਲੈਕਟ੍ਰੀਕਲ ਕਾਰ ਲੈ ਲੈਣਾ। ਉਹ ਕਾਰ ਲੈ ਕੇ ਮੈਂ ਦਿੱਲੀ ਜਾਣਾ ਤੇ ਮੈਂ ਨਹੀਂ ਜਾ ਸਕਦਾ, ਕਿਉਂਕਿ ਅਗਰ ਮੇਰੀ ਕਾਰ ਫੁੱਲ ਚਾਰਜ ਵੀ ਹੈ, ਉਹਦੀ ਇੰਨੀ ਰੇਂਜ ਨਹੀਂ ਹੈ ਤੇ ਨਾ ਮੈਨੂੰ ਰਸਤੇ 'ਚ ਉਹਦੀ ਕਿਤੇ ਚਾਰਜਿੰਗ ਮਿਲੇਗੀ। ਸੋ ਜਦੋਂ ਤੱਕ ਫੁੱਲ ਚਾਰਜਿੰਗ ਸਟੇਸ਼ਨ ਨਹੀਂ ਆ ਜਾਂਦੇ, ਉਦੋਂ ਤੱਕ ਆਪਾਂ ਇਲੈਕਟ੍ਰੀਕਲ ਕਾਰ ਨਹੀਂ ਲੈ ਸਕਦੇ। ਇਲੈਕਟ੍ਰੀਕਲ ਕਾਰ ਤੁਸੀਂ ਉਦੋਂ ਹੀ ਲੈ ਸਕਦੇ ਕਿ ਤੁਸੀਂ ਸ਼ੋਰਟ ਡਿਸਟੈਂਸ 'ਤੇ ਕਵਰ ਕਰਨਾ ਜਾਂ ਤੁਸੀਂ ਇੱਕ ਸਪੇਅਰ ਕਾਰ ਰੱਖੀ ਹੈ ਵਿਦਿਨ ਸਿਟੀ ਡਰਾਈਵ ਵਾਸਤੇ। ਹਾਈਬ੍ਰਿਡ ਜਿਹੜੀ ਕਾਰ ਹੈ ਇਹ ਇਲੈਕਟ੍ਰੀਕਲ ਵੀ ਹੈ ਪਲੱਸ ਕੰਬਸ਼ਨ ਇੰਜਨ 'ਤੇ ਵੀ ਚੱਲਦੀ ਪਈ ਹੈ। ਇਹਨੂੰ ਤੁਸੀਂ ਚਾਰਜ ਕਰਨ ਦੀ ਲੋੜ ਨਹੀਂ ਪੈਣੀ। ਇਹ ਤੁਸੀਂ ਜਿਸ ਤਰ੍ਹਾਂ ਨਾਰਮਲ ਕਾਰ ਚਲਾ ਰਹੇ ਹੋ ਉੱਦਾਂ ਡਰਾਈਵ ਕਰਨੀ ਹੈ, ਪਲੱਸ ਤੁਹਾਨੂੰ ਅੱਛੀ ਮਾਈਲੇਜ ਮਿਲਣੀ ਹੈ। ਇਹਨੇ ਬਹੁਤ ਘੱਟ ਪੋਲਿਊਸ਼ਨ ਕਰਨਾ। ਟੋਇਟਾ ਪਾਇਨੀਅਰ ਹੈ ਜੀ ਹਾਈਬ੍ਰਿਡ ਕਾਰਾਂ ਬਣਾਉਣ ਦੇ ਵਿੱਚ। ਇਸ ਤੋਂ ਪਹਿਲਾਂ ਟੋਇਟਾ ਕੈਮਰੀ ਐਂਡ ਵੈਲਫਾਇਰ ਇੰਡੀਆ 'ਚ ਲਾਂਚ ਕਰ ਚੁੱਕੀ ਹੈ। ਟੋਇਟਾ ਪ੍ਰੀਅਸ ਵਰਲਡ ਵਾਈਡ ਬਹੁਤ ਟਾਈਮ ਤੋਂ ਚੱਲ ਰਹੀ ਹੈ। ਇਹ ਟੈਸਟਡ ਐਂਡ ਪ੍ਰੂਵਨ ਟੈਕਨੋਲੋਜੀ ਹੈ ਫਰਮ ਟੋਇਟਾ। ਟੋਇਟਾ ਨੇ ਹਮੇਸ਼ਾ ਹੀ ਟੈਕਨੋਲੋਜੀ ਇਸ ਤਰ੍ਹਾਂ ਦੀ ਲਾਂਚ ਕੀਤੀ ਹੈ ਪਬਲਿਕ ਦੇ ਵਿੱਚ, ਜਿਹੜੀ ਕਿ ਪਬਲਿਕ ਨੂੰ ਦੀਵਾਨਾ ਬਣਾ ਦੇ। ਚਾਹੇ ਉਹ ਆਪਣਾ ਗੇਅਰ ਬਾਕਸ ਦੀ ਗੱਲ ਕਰੀਏ ਜਾਂ ਨਵੇਂ ਟੈਕਨੋਲੋਜੀ ਦੀ ਗੱਲ ਕਰੀਏ, ਹੁਣ ਹਾਈਬ੍ਰਿਡ ਵੀ ਟੋਇਟਾ ਲੈ ਕੇ ਆਇਆ। ਤੇ ਦੂਸਰੀ, ਜਿਸ ਤਰ੍ਹਾਂ ਕਿ ਤੁਸੀਂ ਪੈਟਰੋਲ ਦੀ ਆਪਣਾ ਹਾਈਬ੍ਰਿਡ ਦੇ ਨਾਲ ਮਾਈਲੇਜ ਵੱਧ ਜਾਂਦੀ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇੰਡੀਆ ਦੇ ਵਿੱਚ ਵੱਡੇ ਵੱਡੇ ਐਕਸਪ੍ਰੈਸ ਵੇ ਬਣ ਰਿਹਾ, ਜਿੱਥੇ ਕਿ 1300 ਕਿਲੋਮੀਟਰ ਏਸ਼ੀਆ ਦਾ ਸਭ ਤੋਂ ਵੱਡਾ ਐਕਸਪ੍ਰੈਸ ਵੇ ਬਣ ਗਿਆ, 1300 ਕਿਲੋਮੀਟਰ ਲੰਬਾ। ਤੇ ਉੱਥੇ ਫਿਰ ਕਾਮਯਾਬ ਤੇ ਹਾਈਬ੍ਰਿਡ ਹੀ ਹੋਏਗੀ। ਬਿਲਕੁਲ ਜੀ, ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ ਕਿ ਤੁਹਾਨੂੰ ਮਤਲਬ ਜਿਸ ਤਰ੍ਹਾਂ ਸਪੋਜ਼ ਕਰੋ ਮੈਂ ਇੱਕ ਨਾਰਮਲ ਕਸਟਮਰ ਹੈ, ਨਾਰਮਲ ਕਾਰ ਡਰਾਈਵ ਕਰਦਾ ਪਿਆ, ਮੈਨੂੰ ਜਸਟ ਫਿਊਲ ਫਿਲ ਕਰਵਾਉਣਾ, ਮੈਨੂੰ ਇਸ ਗੱਲ ਦੀ ਟੈਨਸ਼ਨ ਹੀ ਨਹੀਂ ਕਿ ਮੇਰੀ ਕਾਰ ਦੀ ਬੈਟਰੀ ਚਾਰਜ ਹੈਗੀ ਹੈ ਜਾਂ ਮੈਨੂੰ ਰਸਤੇ 'ਚ ਚਾਰਜਿੰਗ ਸਟੇਸ਼ਨ ਮਿਲੇਗਾ ਜਾਂ ਨਹੀਂ ਮਿਲੇਗਾ, ਬਿਕੋਜ਼ ਇਟਸ ਅ ਸੈਲਫ ਚਾਰਜਿੰਗ ਵਹੀਕਲ। ਕਾਰ ਨੇ ਖੁਦ ਬ ਖੁਦ ਇਹਨੂੰ ਚਾਰਜ ਕਰਦੇ ਜਾਣਾ, ਮੈਨੂੰ ਅੱਛੀ ਮਾਈਲੇਜ ਮਿਲਣੀ ਹੈ, ਕਿਸੇ ਗੱਲ ਦੀ ਮੈਨੂੰ ਕੋਈ ਵਰੀ ਨਹੀਂ ਹੈ। ਐਂਡ ਟੋਇਟਾ ਹਮੇਸ਼ਾ ਸ਼ੁਰੂ ਤੋਂ ਹੀ ਕੁਆਲਿਟੀ, ਡਿਊਰੇਬਿਲਿਟੀ ਐਂਡ ਰਿਲਾਇਬਿਲਿਟੀ ਦੇ ਵਿੱਚ ਸ਼ੁਰੂ ਤੋਂ ਹੀ ਫੇਮਸ ਹੈ। ਐਂਡ ਉਹੀ ਟਰਸਟ ਨੂੰ ਆਪਾਂ ਇੱਥੇ ਪੂਰਾ
ਭਰੋਸਾ ਕਰ ਸਕਦੇ ਹਾਂ ਕਿ ਟੋਇਟਾ ਨੇ ਉਹੀ ਟੈਕਨੋਲੋਜੀ ਸਾਨੂੰ ਦੁਬਾਰਾ ਦਿੱਤੀ ਹੈ, ਫਿਊਚਰ ਟੈਕਨੋਲੋਜੀ ਦਿੱਤੀ ਹੈ ਜਿਹੜੀ ਅੱਜ ਤੱਕ ਕਿਸੇ ਹੋਰ ਮੈਨੂਫੈਕਚਰ ਵੱਲੋਂ ਇੰਡੀਆ 'ਚ ਨਹੀਂ ਦਿੱਤੀ ਗਈ। ਤੇ ਬਹੁਤ ਵੱਡੀ ਗੱਲ ਹੈ, ਟੋਇਟਾ ਹਮੇਸ਼ਾ ਹੀ ਆਪਣੇ ਕਸਟਮਰ ਦਾ ਭਰੋਸਾ ਕਾਇਮ ਰੱਖਿਆ, ਭਰੋਸਾ ਜਿੱਤਿਆ। ਤੇ ਦੂਸਰੀ ਗੱਲ, ਜਿਸ ਤਰ੍ਹਾਂ ਕਿ ਹਾਈਬ੍ਰਿਡ ਗੱਡੀ ਦੀ ਗੱਲ ਕਰੀਏ ਤਾਂ ਹਾਈਬ੍ਰਿਡ ਬਹੁਤ ਹੀ ਬਿਹਤਰੀਨ ਕਾਰ ਹੈ, ਅੱਜ ਦੇ ਸਮੇਂ ਦੇ ਵਿੱਚ ਬਹੁਤ ਹੀ ਬਿਹਤਰੀਨ ਕਾਰ ਹੈ। ਤੁਹਾਡੀ ਲੌਂਗ ਮਾਈਲੇਜ ਵੀ ਵਧਾ ਦਿੰਦੀ ਹੈ ਤੁਹਾਡੀ, ਤੇ ਗੱਡੀ ਦਾ ਭਰੋਸਾ ਉਹੀ ਤੁਹਾਨੂੰ ਮਿਲਦਾ ਹੈ। ਤੇ ਦੂਸਰੀ ਚੀਜ਼, ਤੁਹਾਡੀ ਕੋਸਟ ਕਟਿੰਗ ਵੀ ਹੋ ਜਾਂਦੀ ਹੈ ਕਿਉਂਕਿ ਘੱਟ ਪੈਟਰੋਲ ਦੇ ਵਿੱਚ ਜ਼ਿਆਦਾ ਤੁਹਾਡੀ ਇੱਕ ਗੱਡੀ ਦੀ ਮਾਈਲੇਜ ਬਣ ਜਾਂਦੀ ਹੈ। ਹਾਈਬ੍ਰਿਡ ਦੀ ਗੱਲ ਕਰਦੇ ਹੋਏ ਇੱਕ ਤੁਹਾਡੇ ਕੋਲ ਆਖਰੀ ਸਵਾਲ ਹੋਰ ਛੱਡਣਾ, ਗੱਡੀ ਲੈਣ ਤੋਂ ਬਾਅਦ ਉਹਦੀ ਸਰਵਿਸ ਜਿਹੜਾ ਮੇਨਟੇਨੈਂਸ ਜਿਹੜਾ ਉਹ ਬਹੁਤ ਜ਼ਿਆਦਾ ਮੈਟਰ ਕਰਦਾ, ਤੇ ਹਾਈਬ੍ਰਿਡ ਗੱਡੀ ਦੀ ਸਰਵਿਸਿਜ਼ ਜਿਹੜੀ ਹੈ ਮੇਨਟੇਨੈਂਸ ਉਹ ਕਿਸ ਤਰ੍ਹਾਂ ਰਹੇਗੀ? ਸਰ, ਕੰਪਨੀ ਨੇ ਇਹਦੇ 'ਚ 1 ਲੱਖ ਕਿਲੋਮੀਟਰ ਜਾਂ 3 ਸਾਲ ਦੀ ਸਟੈਂਡਰਡ ਵਾਰੰਟੀ ਹੈ ਜਿਹੜੀ ਓਵਰਆਲ ਕਾਰ ਦੇ ਉੱਤੇ ਹੈ। ਹਾਈਬ੍ਰਿਡ ਬੈਟਰੀ ਦੀ ਜਿਹੜੀ ਵਾਰੰਟੀ ਹੈ ਉਹ 8 ਸਾਲ ਦੀ ਹੈ। ਜੋ ਇਹਦੇ ਆਪਾਂ 10,000 ਕਿਲੋਮੀਟਰ ਬਾਅਦ ਸਰਵਿਸ ਹੈ ਉਹ ਉਸ ਤਰ੍ਹਾਂ ਹੀ ਜਿਸ ਤਰ੍ਹਾਂ ਪੈਟਰੋਲ ਕਾਰ ਦੀ ਹੈ। ਤੇ ਅੱਜ ਦੀ ਡੇਟ ਦੇ ਵਿੱਚ ਪੂਰੀ ਦੁਨੀਆ ਨੂੰ ਪਤਾ ਸਭ ਤੋਂ ਜਿਹੜੀ ਸਸਤੀ ਸਰਵਿਸ ਹੈ ਉਹ ਟੋਇਟਾ ਵੱਲੋਂ ਹੀ ਆਉਂਦੀ ਹੈ, ਟੋਇਟਾ ਹੀ ਪ੍ਰੋਵਾਈਡ ਕਰਦੀ ਹੈ। ਇਹਦੇ ਵੀ ਸਰਵਿਸ ਚਾਰजेस ਬੜੇ ਨਾਰਮਲ ਨੇ, 4000 5000 ਆਫਟਰ 10,000 ਕਿਲੋਮੀਟਰ 'ਚ ਇਹਦੀ ਸਰਵਿਸ ਹੋ ਜਾਏਗੀ। ਯਾਨੀ ਕਿ ਸਿਰਫ ਇਹਦੇ 'ਚ ਬੈਨੀਫਿਟ ਹੀ ਬੈਨੀਫਿਟ ਹੈ, ਕੋਈ ਐਕਸਟਰਾ ਟੈਨਸ਼ਨ ਨਹੀਂ। ਬਸ ਤੁਹਾਨੂੰ ਹਾਈਬ੍ਰਿਡ ਦੇ ਵਿੱਚ ਤੁਹਾਡੀ ਮਾਈਲੇਜ ਵੀ ਵੱਧ ਜਾਏਗੀ ਤੇ ਪਾਵਰ ਵੀ ਵੱਧ ਜਾਏਗੀ, ਸਿਕਿਉਰਿਟੀ ਵੀ ਤੇ ਲਗਜ਼ਰੀ ਵੀ। ਯੈਸ, ਬਿਲਕੁਲ, ਆਫ ਕੋਰਸ। ਤੇ ਜਲਦੀ ਹੀ ਸਵਿਚ ਕਰੋ ਹਾਈਬ੍ਰਿਡ ਦੇ ਲਈ ਕਿਉਂਕਿ ਫਿਊਚਰ ਇਹੀ ਹੈ ਤੇ ਅੱਜ ਦੇ ਟਾਈਮ ਦੀ ਡਿਮਾਂਡ ਵੀ। ਮੈਂ ਵੀ ਅੱਜ ਇੱਥੇ ਗੱਡੀ ਦੇਖਣ ਆਇਆ ਜੀ ਟੋਇਟਾ ਦੀ, ਕਿਉਂਕਿ ਮੈਨੂੰ ਸ਼ੁਰੂ ਤੋਂ ਹੀ ਸ਼ੌਂਕ ਹੈ, ਮਤਲਬ ਇਨੋਵਾ ਮੈਂ ਰੱਖਦਾ ਹਾਂ ਅੱਜ ਤੋਂ ਨਹੀਂ 15 ਸਾਲ ਤੋਂ ਜਦੋਂ ਤੋਂ ਆਈ ਹੈ, ਔਰ ਦੇਖਣ ਆਇਆ ਔਰ ਦੇਖ ਕੇ ਜੋ ਮਾਹੌਲ ਹੈ ਇੱਥੇ ਮੈਨੂੰ ਬਹੁਤ ਵਧੀਆ ਲੱਗਾ ਕਿ ਸ਼ਹਿਰ ਦਾ ਵਪਾਰ ਜਿਹੜਾ ਉਹ ਵਧਣਾ ਫੁੱਲਣਾ ਚਾਹੀਦਾ, ਲੋਕਾਂ ਦੇ ਵਿੱਚ ਕਿੰਨਾ ਉਤਸ਼ਾਹ ਇਹਨਾਂ ਚੀਜ਼ਾਂ ਨੂੰ ਲੈ ਕੇ। ਇਹੋ ਜਿਹੇ ਅਦਾਰੇ ਜਿਹੜੇ ਚੱਲਦੇ ਨੇ ਨਾਲ ਸਾਡੇ ਬੱਚਿਆਂ ਨੂੰ ਰੁਜ਼ਗਾਰ ਵੀ ਦਿੰਦੇ ਨੇ ਸਾਰਾ ਕੁਝ, ਮਤਲਬ ਤੇ ਲੋਕਾਂ ਦੀਆਂ ਲਗਜ਼ਰੀਜ਼ ਜਿਹੜੀਆਂ ਸਹੂਲਤਾਂ ਨੇ ਉਹ ਵੀ ਉਹ ਪੂਰੀਆਂ ਕਰਦੇ ਨੇ। ਔਰ ਸਭ ਤੋਂ ਵੱਡੀ ਜਿਹੜੀ ਗੱਲ ਮੈਂ ਇਸ ਏਜੰਸੀ ਦੇ ਵਿੱਚ ਕਿਉਂ ਆਇਆ ਤੇ ਕਿਉਂ ਸੱਦੇ, ਤੇ ਇਹਦੇ ਜਿਹੜੇ ਓਨਰ ਨੇ ਗੁਪਤਾ ਜੀ, ਮਤਲਬ ਇੱਕ ਪ੍ਰੇਰਨਾ ਨੇ ਯਾਰ। ਮਤਲਬ ਇੱਕ ਬੰਦੇ ਦੀ ਉਮਰ 85 86 ਸਾਲ ਹੈ ਔਰ ਤੁਸੀਂ ਦੇਖਿਆ ਕਿ ਕਿੰਨੇ ਹੈਲਦੀ ਤੇ ਕਿੰਨੇ ਫਿੱਟ ਹੈ, ਉਹ ਸਾਰਿਆਂ ਨੂੰ ਦੇਖਣਾ ਵੀ ਚਾਹੀਦਾ। ਔਰ ਜਦੋਂ ਵੀ ਕਿਤੇ ਆਉਂਦੇ ਨੇ ਮੈਂ ਇਹਨਾਂ ਨੂੰ ਮਿਲਣ ਜ਼ਰੂਰ ਆ ਜਾਂਦਾ। ਔਰ ਅੱਜ ਜਿਹੜੀ ਇਹਨਾਂ ਗੱਡੀ ਲਾਂਚ ਕੀਤੀ ਹੈ ਮੈਂ ਵੀ ਇਹਨੂੰ ਦੇਖਣ ਆਇਆ, ਔਰ ਦੇਖਣ ਤੋਂ ਬਾਅਦ ਮੇਰਾ ਵੀ ਇਹਨੂੰ ਲੈਣ ਦਾ ਮਨ ਹੈ। ਔਰ ਬਹੁਤ ਵਧੀਆ ਜਿਹੜਾ ਮਤਲਬ ਇਹਨੂੰ ਰਿਸਪੌਂਸ ਮਿਲ ਰਿਹਾ ਉਹ ਠੀਕ ਹੈ। ਗੱਲਾਂ ਕਹਿਣੀਆਂ ਤੇ ਕਰਨੀਆਂ ਦੇ ਵਿੱਚ ਬੜਾ ਫਰਕ ਹੈ। ਹੁਣ ਤੱਕ ਤੇ ਮੈਂ ਵੀ ਡੀਜ਼ਲ ਗੱਡੀ ਜਿਹੜੀ ਚਲਾਉਂਦਾ ਆਇਆ, ਪਰ ਕੋਸ਼ਿਸ਼ ਹੈ ਕਿ ਹਾਈਬ੍ਰਿਡ ਜਿਹੜੀਆਂ ਉਹ ਸੋਲਰ ਕਹਿ ਲਓ ਹਾਈਬ੍ਰਿਡ ਗੱਡੀਆਂ ਲੈਣੀਆਂ ਚਾਹੀਦੀਆਂ, ਕਿਉਂਕਿ ਸਿਸਟਮ ਜਿਹੜਾ ਦੇਸ਼ ਦਾ ਔਰ ਜਿਹੜਾ ਸਾਡੇ ਖਾਸ ਕਰਕੇ ਸਟੇਟ ਦਾ ਉਹ ਵਿਗੜ ਚੁੱਕਾ। ਪੋਲੂਸ਼ਨ ਬਹੁਤ ਜ਼ਿਆਦਾ, ਸਾਨੂੰ ਰਲ ਮਿਲ ਕੇ ਜਿਹੜਾ ਉਹਦੇ ਵਿੱਚ ਇਹ ਯੋਗਦਾਨ ਪਾਉਣਾ ਚਾਹੀਦਾ, ਜਿਹੜਾ ਜਿਹਦੇ ਨਾਲ ਵਾਤਾਵਰਨ ਸਾਫ਼ ਹੋਵੇ। ਤੁਸੀਂ ਪਿੱਛੇ ਦੇ ਦੇਖੋ ਜੋ ਜੀਰੇ ਦੇ ਵਿੱਚ ਲੋਕਾਂ ਨੂੰ ਸੰਘਰਸ਼ ਕਰਨਾ ਪਿਆ, ਉਹ ਪਹਿਲਾਂ ਹੀ ਸਾਰੀਆਂ ਜਿਹੜੀਆਂ ਪੋਲੂਟਡ ਚੀਜ਼ਾਂ ਨੇ। ਮੈਂ ਵੀ ਨਹੀਂ ਕਹਿੰਦਾ ਕਿ ਮੈਂ ਮਤਲਬ 100% ਹੀ ਸੁਧਰ ਗਿਆ ਮੈਂ ਨਹੀਂ ਕਰਦਾ ਹੂੰਗਾ, ਬਟ ਸਾਰਿਆਂ ਨੂੰ ਥੋੜਾ ਥੋੜਾ ਇਹਦੇ ਵਿੱਚ ਯੋਗਦਾਨ ਜਿਹੜਾ ਪਾਉਣਾ ਚਾਹੀਦਾ ਔਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਸ ਤਰੀਕੇ। ਔਰ ਕੰਪਨੀਜ਼ ਨੂੰ ਵੀ ਮੇਰੀ ਮਤਲਬ ਅਪੀਲ ਹੈ, ਬਹੁਤ ਵੱਡਾ ਵਿਚਾਰ ਕਰਦੀਆਂ ਨੇ, ਸੋਚਦੀਆਂ ਨੇ ਕਿ ਜਿਸ ਰੇਂਜ ਦੇ ਵਿੱਚ ਬਾਕੀ ਗੱਡੀਆਂ ਨੇ, ਕਮ ਸੇ ਕਮ ਲੋਕਾਂ ਦੀ ਸਮਰੱਥਾ ਦੇ ਵਿੱਚ ਜੇ ਉਹ ਦੇਣਗੀਆਂ ਤੇ ਲੋਕਾਂ ਦਾ ਧਿਆਨ ਵੀ, ਕਿਤੇ ਅਮਾਊਂਟ ਦਾ ਹੀ ਬਹੁਤ ਜ਼ਿਆਦਾ ਫਰਕ ਆ ਜਾਂਦਾ। ਫਿਰ ਲੋਕੀ ਸੋਚਦੇ ਆ ਕਿ ਡੀਜ਼ਲ ਹੀ ਰੱਖ ਲਓ, ਪੈਟਰੋਲ ਹੀ ਰੱਖ ਲਓ। ਸੋ ਇਹਨਾਂ ਚੀਜ਼ਾਂ ਦੇ ਵਿੱਚ ਜਿੱਥੇ ਲੋਕਾਂ ਨੂੰ ਯੋਗਦਾਨ ਪਾਉਣਾ ਚਾਹੀਦਾ, ਉੱਥੇ ਵੱਡੀਆਂ ਵੱਡੀਆਂ ਜਿਹੜੀਆਂ ਕੰਪਨੀਜ਼ ਨੇ ਉਹਨਾਂ ਨੂੰ ਵੀ ਚਾਹੀਦਾ ਕਿ ਲੋਕਾਂ ਦੀ ਸੁੱਖ ਸਹੂਲਤ ਜਾਂ ਲੋਕਾਂ ਦੀਆਂ ਜਿਹੜੀਆਂ ਨੀਡਸ ਨੇ ਉਹਦੇ ਅਕੋਰਡਿੰਗ ਇਹਨਾਂ ਦੇ ਪ੍ਰਾਈਸ ਜਿਹੜੇ ਤੈਅ ਕੀਤੇ ਜਾਣ। ਸਾਰਿਆਂ ਨੂੰ ਰਲ ਮਿਲ ਕੇ ਜਿਹੜਾ ਇਹ ਕਰਨਾ ਪਊਗਾ, ਫਿਰ ਹੀ ਇਹ ਦੇਸ਼ ਠੀਕ ਹੋਊਗਾ। ਤੇ ਜਿਸ ਤਰ੍ਹਾਂ ਕਿ ਦਿਖਾਇਆ ਗੱਡੀ ਦੇ ਵਿੱਚ ਬਹੁਤ ਹੀ ਜ਼ਿਆਦਾ ਲਗਜ਼ਰੀ ਲੁੱਕ ਤੇ ਨਾਲ ਨਵੇਂ ਫੀਚਰ ਦੇ ਨਾਲ ਗੱਡੀ ਲਾਂਚ ਕੀਤੀ ਗਈ ਹੈ। ਤੇ ਇਹ ਸੀ ਟੋਇਟਾ ਦੀ ਹਾਈਬ੍ਰਿਡ ਕਾਰ ਜਿਸ ਨੇ ਅੱਜ ਦੇ ਟਾਈਮ ਤੇ ਧਮਾਲ ਮਚਾ ਰੱਖੀ ਹੈ। ਤੇ ਤੁਸੀਂ ਦੇਖਿਆ ਹੀ ਹੋਣਾ ਕਿ ਕਿੰਨੇ ਜ਼ਿਆਦਾ ਲੋਕ ਇਸ ਗੱਡੀ ਦੇ ਦੀਵਾਨੇ ਹਨ। ਤੇ ਇਸ ਗੱਡੀ ਦੀ ਲਾਂਚਿੰਗ ਤੋਂ ਪਹਿਲਾਂ ਹੀ ਬੁਕਿੰਗ ਸ਼ੁਰੂ ਹੋ ਗਈ ਸੀ, ਤੇ ਇਸ ਗੱਡੀ ਦਾ ਲਾਈਵ ਐਕਸਪੀਰੀਅੰਸ ਕਰਨ ਲਈ ਤੁਸੀਂ ਵੀ ਇੱਥੇ ਵਿਜ਼ਿਟ ਕਰੋ ਤੇ ਗੱਡੀ ਦਾ ਲਾਈਵ ਡੈਮੋ ਤੇ ਲਾਈਵ ਟੈਸਟ ਡਰਾਈਵ ਲੈ ਕੇ ਤੁਸੀਂ ਆਪਣਾ ਐਕਸਪੀਰੀਅੰਸ ਵੀ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਤੇ ਕਮੈਂਟ ਬਾਕਸ 'ਚ ਕਮੈਂਟ ਕਰਕੇ ਜ਼ਰੂਰ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ ਤੇ ਬਣੇ ਰਹੋ ਲਾਈਵ ਭਾਰਤ ਦੇ ਨਾਲ। ਇਸ ਤਰ੍ਹਾਂ ਦੇ ਰਫਤਾਰ ਪ੍ਰੋਗਰਾਮ ਦੇ ਨਾਲ ਅਸੀਂ ਆਟੋ ਅਪਡੇਟ 'ਚ ਤੁਹਾਨੂੰ ਹੋਰ ਵੀ ਨਵੇਂ ਫੀਚਰ ਨਵੀਂ ਗੱਡੀ ਦੇ ਨਾਲ ਦਿਖਾਵਾਂਗੇ। ਜੈ ਹਿੰਦ, ਜੈ ਭਾਰਤ।